students. Today we will continue with the chapter 6 combustion and flame, ਜਿਸ ਦੇ ਵਿੱਚ ਲਾਸਟ ਟਾਈਮ ਅਸੀਂ ਕੀਤਾ ਫਲੇਮ ਬਾਰੇ। ਫਲੇਮ ਦੇ ਜ਼ੋਨਸ 3 ਜ਼ੋਨਸ ਹੁੰਦੇ ਨੇ ਔਰ ਅੱਜ ਅਸੀਂ ਕਰਾਂਗੇ ਫਿਊਲ ਕੀ ਹੈ? ਕੋਈ ਵੀ ਸਬਸਟੈਂਸ ਜਦੋਂ ਅਸੀਂ ਉਸ ਨੂੰ ਬਰਨ ਕਰਦੇ ਹਾਂ ਤਾਂ ਜਦੋਂ ਉਹ ਪ੍ਰੋਡਿਊਸ ਕਰੇਗਾ ਹੀਟ ਜਾਂ ਲਾਈਟ ਪ੍ਰੋਡਿਊਸ ਕਰੇਗਾ ਤਾਂ ਅਸੀਂ ਉਸ ਨੂੰ ਕੀ ਬੋਲਦੇ ਹਾਂ? ਫਿਊਲ। ਸੋ ਫਿਊਲ ਕੀ ਹੈ? ਸਬਸਟੈਂਸਿਸ ਦੈਟ ਪ੍ਰੋਡਿਊਸ ਹੀਟ ਐਂਡ ਲਾਈਟ ਐਨਰਜੀ ਔਨ ਬਰਨਿੰਗ ਆਰ ਕਾਲਡ ਫਿਊਲਸ। ਉਹ ਵਾਲੇ ਸਬਸਟੈਂਸਿਸ, ਉਹ ਵਾਲੇ ਮਟੀਰੀਅਲ ਜਿਹੜੇ ਕਿ ਬਰਨਿੰਗ 'ਤੇ ਸਾਨੂੰ ਹੀਟ ਜਾਂ ਫਿਰ ਲਾਈਟ ਐਨਰਜੀ ਪ੍ਰੋਵਾਈਡ ਕਰਦੇ ਨੇ, ਉਹਨਾਂ ਨੂੰ ਅਸੀਂ ਫਿਊਲਸ ਬੋਲਦੇ ਹਾਂ। ਫਿਊਲਸ ਦੀਆਂ ਮੋਸਟ ਕਾਮਨਲੀ ਐਗਜ਼ਾਮਪਲਸ ਕਿਹੜੀਆਂ ਨੇ? ਵੁੱਡ ਹੋ ਗਿਆ, ਵੁੱਡ ਨੂੰ ਅਸੀਂ ਹੋਮਸ ਦੇ ਵਿੱਚ ਯੂਜ਼ ਕਰਦੇ ਹਾਂ ਐਨਰਜੀ ਲਈ ਜਾਂ ਹੀਟ ਲਈ। ਚਾਰਕੋਲ, ਪੈਟਰੋਲ, ਕੈਰੋਸੀਨ ਆਇਲ ਐਟਸੈਟਰਾ। ਓਕੇ, ਅ ਗੁੱਡ ਫਿਊਲ ਇਜ਼ ਵਨ। ਇੱਕ ਫਿਊਲ ਦੀਆਂ ਕੁਆਲਿਟੀਜ਼ ਕੀ ਹੋਣੀਆਂ ਚਾਹੀਦੀਆਂ? ਇੱਕ ਅੱਛਾ ਫਿਊਲ, ਉਹਦੇ ਵਿੱਚ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਕਿ ਉਹ ਈਜ਼ੀਲੀ ਅਵੇਲੇਬਲ ਹੋ ਸਕੇ, ਸਾਨੂੰ ਈਜ਼ੀਲੀ ਮਿਲ ਸਕੇ, ਬਹੁਤਾ ਜ਼ਿਆਦਾ ਐਕਸਪੈਂਸਿਵ ਨਾ ਹੋਵੇ, ਚੀਪ ਹੋਵੇ। ਉਸ ਤੋਂ ਬਾਅਦ ਕੀ ਹੈ ਕਿ ਲਾਰਜ ਅਮਾਊਂਟ ਆਫ ਹੀਟ ਪ੍ਰੋਡਿਊਸ ਕਰਦਾ ਹੋਵੇ। ਥਰਡ ਹੈ ਦੈਟ ਲੀਵਸ ਨੋ ਐਸ਼ ਨੋ ਬਰਨਿੰਗ। ਉਹਨੂੰ ਜਦੋਂ ਅਸੀਂ ਬਰਨ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਐਸ਼ ਆ ਉਹ ਨਾ ਬਚਦੀ ਹੋਵੇ, ਸੁਆਹ ਜਿਹੜੀ ਆ ਨਾ ਬਚਦੀ ਹੋਵੇ, ਵੇਸਟ ਪ੍ਰੋਡਕਟ ਕੋਈ ਵੀ। ਦੈਟ ਡਜ਼ ਨੋਟ ਪ੍ਰੋਡਿਊਸ ਐਨੀ ਪੋਇਜ਼ਨਸ ਔਰ ਇਰੀਟੇਟਿੰਗ ਫਿਊਮਸ ਡਿਊਰਿੰਗ ਬਰਨਿੰਗ। ਔਰ ਜਦੋਂ ਅਸੀਂ ਕੋਈ ਵੀ ਫਿਊਲ ਆ ਜਦੋਂ ਬਰਨਿੰਗ ਹੁੰਦੀ ਹੈ ਉਸਦੀ ਕੋਈ ਵੀ ਜਿਹੜੀਆਂ ਹਾਰਮਫੁਲ ਗੈਸਿਸ ਆ ਜਾਂ ਫਿਰ ਵਾਟਰ ਵੇਪਰਸ ਜਿਹੜੇ ਫਿਊਮਸ ਨੇ ਉਹ ਕੀ ਆ ਜਿਹੜੇ ਕਿ ਸਾਨੂੰ ਸਫੋਕੇਟ ਪ੍ਰੋਵਾਈਡ ਕਰਨ, ਉਹ ਵਾਲੀਆਂ ਕੁਆਲਿਟੀਜ਼ ਉਹਦੇ ਵਿੱਚ ਨਾ ਹੋਣ। ਸੋ ਨੈਕਸਟ ਟੋਪਿਕ ਇਜ਼ ਟਾਈਪਸ ਆਫ ਫਿਊਲ। ਦੇਅਰ ਆਰ ਮੇਨਲੀ 3 ਟਾਈਪਸ ਆਫ ਫਿਊਲਸ: ਸੋਲਿਡਸ, ਲਿਕੁਇਡਸ ਐਂਡ ਗੈਸਿਸ। ਸੋਲਿਡਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੜੀਆਂ ਐਗਜ਼ਾਮਪਲਸ ਨੇ? ਕੋਲ, ਕੋਕ, ਵੁੱਡ, ਕਾਊਡੰਗ। ਇਹ ਸਾਰੇ ਕੀ ਨੇ? ਸੋਲਿਡ ਫਿਊਲਸ ਨੇ। ਔਰ ਲਿਕੁਇਡ ਦੇ ਵਿੱਚ ਅਸੀਂ ਜਿਹੜੇ ਯੂਜ਼ ਕਰਦੇ ਹਾਂ ਵਹੀਕਲਸ ਦੇ ਵਿੱਚ ਕਾਮਨਲੀ ਪੈਟਰੋਲ, ਡੀਜ਼ਲ ਐਂਡ ਕੈਰੋਸੀਨ ਆਇਲ ਐਟਸੈਟਰਾ, ਇਹ ਸਾਰੇ ਕੀ ਲਿਕੁਇਡ ਫਾਰਮ ਦੇ ਵਿੱਚ ਨੇ। ਔਰ ਗੈਸਿਸ ਫਿਊਲ ਕਿਹੜੇ ਨੇ? LPG ਗੈਸ ਹੋ ਗਈ ਜਿਹੜੀ ਅਸੀਂ ਕੁਕਿੰਗ ਗੈਸ ਵਿੱਚ ਯੂਜ਼ ਕਰਦੇ ਹਾਂ ਕੁਕਿੰਗ ਲਈ। ਬਾਇਓ ਗੈਸ ਹੋ ਗਈ, ਕੋਲ ਗੈਸ ਐਟਸੈਟਰਾ, ਇਹ ਸਾਰੀਆਂ ਕੀ ਗੈਸਿਸ ਫਾਰਮ ਦੇ ਵਿੱਚ ਨੇ। ਸੋ ਨੈਕਸਟ ਹੈ ਫਿਊਲ ਐਫੀਸ਼ੀਐਂਸੀ। ਫਿਊਲ ਐਫੀਸ਼ੀਐਂਸੀ ਦੇ ਵਿੱਚ ਅਸੀਂ ਕਰਾਂਗੇ ਕਿ ਅਸੀਂ ਫਿਊਲ ਨੂੰ ਕਿਵੇਂ ਮੈਜ਼ਰ ਕਰਦੇ ਹਾਂ, ਕਿਹੜੇ ਯੂਨਿਟਸ ਨਾਲ ਮੈਜ਼ਰ ਕਰਦੇ ਹਾਂ। ਔਰ ਅਸੀਂ ਜਦੋਂ 1 ਕਿਲੋਗ੍ਰਾਮ ਫਿਊਲ ਨੂੰ ਬਰਨ ਕਰਦੇ ਹਾਂ ਤਾਂ ਪੂਰੀ ਤਰ੍ਹਾਂ ਜਦੋਂ ਬਰਨ ਹੋ ਜਾਂਦਾ ਹੈ ਕਿੰਨੀ ਐਨਰਜੀ ਸਾਡੇ ਕੋਲ ਹੁੰਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕੈਲੋਰੀਫਿਕ ਵੈਲਿਊ। ਔਰ ਕੈਲੋਰੀਫਿਕ ਜਿਹੜੀ ਵੈਲਿਊ ਉਹ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਜਿਹੜਾ ਸਾਡਾ ਫਿਊਲ ਹੈ ਉਹ ਕਿੰਨਾ ਸਟਰੋਂਗ ਹੈ ਜਾਂ ਕਿੰਨੀ ਹੀਟ ਪ੍ਰੋਡਿਊਸ ਕਰੇਗਾ। ਸੋ ਅਸੀਂ ਇਸ ਦੇ ਯੂਨਿਟਸ ਕੀ ਹੋ ਸਕਦੇ ਫਿਊਲ ਦੇ? ਕਿਲੋ ਜੂਲ ਪਰ ਗ੍ਰਾਮ ਜਾਂ ਫਿਰ ਕਿਲੋ ਜੂਲ ਪਰ ਕਿਲੋਗ੍ਰਾਮ। ਗ੍ਰਾਮ ਦੇ ਅਕੋਰਡਿੰਗ ਅਗਰ ਅਸੀਂ ਦੇਖਾਂਗੇ ਤਾਂ ਫਿਰ ਕਿਲੋ ਜੂਲ ਪਰ ਗ੍ਰਾਮ ਹੋ ਗਿਆ। ਔਰ ਅਗਰ 1 ਕਿਲੋਗ੍ਰਾਮ ਨੂੰ ਬਰਨ ਕੀਤਾ ਅਸੀਂ ਫਿਊਲ ਨੂੰ ਤਾਂ ਉਸ ਦੀ ਐਫੀਸ਼ੀਐਂਸੀ ਦੇਖਣੀ ਆ ਕਿ ਉਹ ਕਿੰਨੀ ਹੀਟ ਪ੍ਰੋਡਿਊਸ ਕਰਦਾ ਹੈ ਤਾਂ ਫਿਰ ਅਸੀਂ ਉਹਦੇ ਯੂਨਿਟਸ ਕੀ ਲਗਾਵਾਂਗੇ? ਕਿਲੋ ਜੂਲ ਪਰ ਕਿਲੋਗ੍ਰਾਮ। So our next topic is pollution and pollution related problems by the combustion of fuels. So ਹੁਣ ਕੋਈ ਵੀ ਜਿਹੜਾ ਫਿਊਲ ਆ ਉਹ ਜ਼ਰੂਰੀ ਨਹੀਂ ਕਿ ਬੈਸਟ ਹੋਏਗਾ। ਜਿਵੇਂ ਮੈਂ ਪਹਿਲਾਂ ਕੁਆਲਿਟੀਜ਼ ਦੱਸੀਆਂ ਸੀ ਕਿ ਉਹ ਹਾਰਮਫੁਲ ਗੈਸਿਸ ਪ੍ਰੋਵਾਈਡ ਨਹੀਂ ਛੱਡਦਾ ਹੋਣਾ ਚਾਹੀਦਾ, ਬਟ ਦੇਅਰ ਆਰ ਸੋ ਮੈਨੀ ਫਿਊਲਸ ਜਿਹੜੇ ਕਿ ਸਾਡੇ ਐਟਮੋਸਫੇਅਰ ਨੂੰ ਗੰਦਾ ਕਰਦੇ ਨੇ, ਪੋਲਿਊਸ਼ਨ ਕ੍ਰੀਏਟ ਕਰਦੇ ਨੇ। ਮੇਨਲੀ ਏਅਰ ਪੋਲਿਊਸ਼ਨ ਜਿਹੜਾ ਵਾ ਇਹਨਾਂ ਫਿਊਲਸ ਦੀ ਬਰਨਿੰਗ ਕਰਕੇ ਹੀ ਹੁੰਦਾ ਹੈ। ਸੋ ਉਹ ਜਿਹੜੇ ਵੀ ਫਿਊਲਸ ਨੇ ਜਿਵੇਂ ਵੁੱਡ ਹੋ ਗਿਆ, ਕੋਲ, ਪੈਟਰੋਲ, ਡੀਜ਼ਲ ਵਹੀਕਲਸ ਦੇ ਵਿੱਚ ਜਿਹੜੇ ਨੇ ਉਹ ਬਹੁਤ ਜ਼ਿਆਦਾ ਹਾਰਮਫੁਲ ਗੈਸਿਸ ਪ੍ਰੋਡਿਊਸ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਬਰਨ ਕਰਦੇ ਹਾਂ। ਜਿਵੇਂ ਕਿ ਕਾਰਬਨ ਮੋਨੋਆਕਸਾਈਡ ਹੋ ਗਿਆ, ਕਾਰਬਨ ਡਾਈਆਕਸਾਈਡ, ਆਕਸਾਈਡਸ ਆਫ ਨਾਈਟ੍ਰੋਜਨ ਐਂਡ ਆਕਸਾਈਡਸ ਆਫ ਸਲਫਰ। ਇਹ ਸਾਰੀਆਂ ਜਿਹੜੀਆਂ ਹਾਰਮਫੁਲ ਗੈਸਿਸ ਨੇ ਇਹ ਫਿਊਲਸ ਦੀ ਬਰਨਿੰਗ ਕਰਕੇ ਸਾਡੇ ਐਟਮੋਸਫੇਅਰ ਦੇ ਵਿੱਚ ਹੁੰਦੀਆਂ ਨੇ ਔਰ ਸਾਨੂੰ ਬਹੁਤ ਸਾਰਾ ਇਹ ਡੇਂਜਰ ਹਾਰਮ ਪ੍ਰੋਵਾਈਡ ਕਰਦੀਆਂ ਨੇ, ਬਹੁਤ ਸਾਨੂੰ ਨੁਕਸਾਨ ਹੁੰਦਾ ਹੈ, ਬਰੀਥਿੰਗ ਰਿਲੇਟਡ ਪ੍ਰੋਬਲਮਸ ਹੁੰਦੀਆਂ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ। ਔਰ ਸੋਲਿਡ ਫਿਊਲਸ ਜਿਵੇਂ ਕਿ ਵੁੱਡ ਹੋ ਗਿਆ, ਕੋਲ ਹੋ ਗਿਆ, ਇਹਨਾਂ ਦੀ ਬਰਨਿੰਗ ਤੋਂ ਬਾਅਦ ਜਿਹੜਾ ਇਹ ਕੀ ਐਸ਼ ਛੱਡ ਦਿੰਦੇ ਨੇ, ਸੁਆਹ ਵੇਸਟ ਰੈਜ਼ੀਡਿਊ ਛੱਡ ਦਿੰਦੇ ਨੇ ਔਰ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਫਿਊਲਸ ਜਿਹੜੇ ਆ ਉਹ ਕੋਈ ਵੀ ਸਾਨੂੰ ਇੱਕ ਗੁੱਡ ਕੁਆਲਿਟੀ ਦੇ ਨਹੀਂ ਮਿਲ ਸਕਦੇ। ਮੋਸਟਲੀ ਕੀ ਆ ਉਹ ਹਾਰਮਫੁਲ ਹੀ ਹੁੰਦੇ ਨੇ ਔਰ ਏਅਰ ਪੋਲਿਊਸ਼ਨ ਦੇ ਵਿੱਚ ਆਪਣਾ ਬਹੁਤ ਵੱਡਾ ਇੰਪੋਰਟੈਂਸ ਰੱਖਦੇ ਨੇ। ਏਅਰ ਸਾਡੀ ਨੂੰ ਜਿਹੜਾ ਵਾ ਗੰਦਲਾ ਕਰਦੇ ਨੇ ਔਰ ਸਾਨੂੰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਇਹਨਾਂ ਕਰਕੇ। ਸੋ ਆਵਰ ਨੈਕਸਟ ਟੋਪਿਕ ਇਜ਼ ਗ੍ਰੀਨ ਹਾਊਸ ਇਫੈਕਟ।
ਗ੍ਰੀਨ ਹਾਊਸ ਇਫੈਕਟ ਕੀ ਹੈ ਕਿ ਜਦੋਂ ਹੁਣ ਇਹਨਾਂ ਫਿਊਲਸ ਦੀ ਬਰਨਿੰਗ ਹੋਈ ਸਾਡੇ ਕੋਲ ਜਿਹੜੀਆਂ ਹਾਰਮਫੁਲ ਗੈਸਿਸ ਆਈਆਂ ਸਾਡੇ ਐਟਮੋਸਫੇਅਰ ਦੇ ਵਿੱਚ, ਜਿਵੇਂ ਕਾਰਬਨ ਡਾਈਆਕਸਾਈਡ ਜਾਂ ਮਿਥੇਨ ਜਾਂ ਨਾਈਟਰਸ ਆਕਸਾਈਡ ਹੋ ਗਿਆ, ਇਹਨਾਂ ਦੀ ਬਰਨਿੰਗ ਕਰਕੇ ਜਿਹੜਾ ਵਾ ਇਹਨਾਂ ਗੈਸਿਸ ਦੇ ਕਰਕੇ ਜਿਹੜਾ ਸਾਡਾ ਐਟਮੋਸਫੇਅਰ ਆ ਉਹਦੇ ਵਿੱਚ ਕੀ ਬਹੁਤ ਜ਼ਿਆਦਾ ਹੀਟ ਰਹਿੰਦੀ ਹੈ, ਉਹ ਕੀ ਆ ਬਹੁਤ ਜ਼ਿਆਦਾ ਗਰਮ ਰਹਿੰਦਾ ਹੈ। ਔਰ ਜਦੋਂ ਇਹਨਾਂ ਹਾਰਮਫੁਲ ਗੈਸਿਸ ਦੀ ਜ਼ਿਆਦਾ ਕੰਸਨਟ੍ਰੇਸ਼ਨ ਹੋ ਜਾਂਦੀ, ਜ਼ਿਆਦਾ ਮਾਤਰਾ ਵੱਧ ਜਾਂਦੀ ਆ, ਔਰ ਸਾਡਾ ਐਟਮੋਸਫੇਅਰ ਕੀ ਹੈ ਬਹੁਤ ਜ਼ਿਆਦਾ, ਅਰਥ ਦਾ ਟੈਂਪਰੇਚਰ ਕੀ ਬਹੁਤ ਹਾਈ ਹੋ ਜਾਂਦਾ ਹੈ, ਔਰ ਇਸ ਨੂੰ ਅਸੀਂ ਬੋਲਦੇ ਹਾਂ ਗ੍ਰੀਨ ਹਾਊਸ ਇਫੈਕਟ। ਔਰ ਗ੍ਰੀਨ ਹਾਊਸ ਇਫੈਕਟ ਕਿਹਦੇ ਕਰਕੇ ਹੁੰਦਾ ਹੈ? ਪੋਲਿਊਸ਼ਨ ਕਰਕੇ, ਏਅਰ ਪੋਲਿਊਸ਼ਨ ਕਰਕੇ, ਮੇਨਲੀ ਕਾਰਬਨ ਡਾਈਆਕਸਾਈਡ ਕਰਕੇ, ਮੀਥੇਨ ਗੈਸ ਕਰਕੇ, ਜਾਂ ਆਕਸਾਈਡ ਨਾਈਟਰਸ ਆਕਸਾਈਡ ਕਰਕੇ। ਸੋ ਅਗਰ ਜਿਹੜਾ ਵਾ ਸਾਡਾ ਸਨ ਰੇਜ਼ ਤੋਂ ਮਿਲਣ ਵਾਲੀਆਂ ਜਿਹੜੀਆਂ ਰੇਜ਼ ਨੇ, ਇਹਨਾਂ ਨੂੰ ਕੀ ਕਰਦੀਆਂ ਨੇ? ਟਰੈਪ ਕਰ ਲੈਂਦੀਆਂ ਨੇ ਇਹਨਾਂ ਗੈਸਿਸ ਨੂੰ ਅਰਥ ਦੇ ਆਲੇ ਦੁਆਲੇ ਇੱਕ ਲੇਅਰ ਬਣਾ ਕੇ। ਔਰ ਅਗਰ ਇਹ ਟਰੈਪ ਨਾ ਕਰਨ ਤਾਂ ਫਿਰ ਜਿਹੜੀਆਂ ਰੇਡੀਏਸ਼ਨਸ ਆ ਫਿਰ ਧਰਤੀ ਤੋਂ ਜਿਹੜਾ ਬਾਹਰ ਚਲ ਜਾਣਗੀਆਂ ਤਾਂ ਸਾਡਾ ਪਲੈਨਟ ਕੀ ਬਹੁਤ ਜ਼ਿਆਦਾ ਕੂਲ ਹੋ ਜਾਏਗਾ। ਸੋ ਟਰੈਪਿੰਗ ਜਿਹੜੀ ਆ ਇੰਪੋਰਟੈਂਟ ਆ, ਇਸ ਕਰਕੇ ਸਾਡਾ ਜਿਹੜਾ ਟੈਂਪਰੇਚਰ ਆ ਅਰਥ ਦਾ ਉਹ ਕੀ ਆ ਗਰਮ ਰਹਿੰਦਾ ਹੈ ਇਹਨਾਂ ਗੈਸਿਸ ਦੇ ਕਰਕੇ। ਸੋ ਅੱਜ ਦਾ ਲੈਕਚਰ ਸਾਡਾ ਗ੍ਰੀਨ ਹਾਊਸ ਇਫੈਕਟ ਦੇ ਨਾਲ ਖਤਮ ਹੁੰਦਾ ਹੈ। ਸੋ ਅੱਜ ਅਸੀਂ ਕੀਤਾ ਫਿਊਲ, ਟਾਈਪਸ ਆਫ ਫਿਊਲ, ਫਿਊਲ ਐਫੀਸ਼ੀਐਂਸੀ ਐਂਡ pollution related problems by the combustion of fuels and greenhouse effect, ਜਿਹੜਾ ਕਿ ਕਾਰਬਨ ਡਾਈਆਕਸਾਈਡ ਗੈਸ ਦੀ ਜ਼ਿਆਦਾ ਕੰਸਨਟ੍ਰੇਸ਼ਨ ਦੇ ਕਰਕੇ ਹੁੰਦਾ ਸਾਡੇ ਐਟਮੋਸਫੇਅਰ ਦੇ ਵਿੱਚ, ਔਰ ਸਾਡੀ ਜਿਹੜੀ ਅਰਥ ਨੂੰ ਆ ਬਹੁਤ ਜ਼ਿਆਦਾ ਕੀ ਆ ਹੀਟ ਪ੍ਰੋਵਾਈਡ ਕਰਦਾ ਹੈ, ਔਰ ਉਹਦਾ ਟੈਂਪਰੇਚਰ ਕੀ ਆ ਹਾਈ ਰਹਿੰਦਾ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਗ੍ਰੀਨ ਹਾਊਸ ਇਫੈਕਟ। ਸੋ ਥੈਂਕ ਯੂ।